ਹਾਂਜੀ, ਥੈਂਕ ਯੂ ਗੌਰਵ ਜੀ। ਸਭ ਤੋਂ ਪਹਿਲੇ ਤੇ ਮੈਨੂੰ ਇਹ ਖੁਸ਼ੀ ਹੈ ਕਿ ਜਿਹੜਾ ਮੈਂ ਪਹਿਲੇ ਪੁਆਇੰਟ ਬਣਾਇਆ ਸੀਗਾ ਉਹ ਕੰਗ ਸਾਹਿਬ ਨੂੰ ਸਮਝ ਆ ਗਿਆ ਕਿ ਸਿਰਫ ਸਮਗਲਿੰਗ ਜਿਹੜੀ ਹੈ ਉਹਦੇ ਨਾਲ ਗੱਲ ਨਹੀਂ ਹੁੰਦੀ, ਤੇ ਸਾਡੀ ਜਿਹੜੀ ਡਿਬੇਟ ਹੈ ਹੂੰ ਇਹ ਅਵੇਲੇਬਿਲਟੀ ਤੇ ਨੈਟਵਰਕ ਤੇ ਕੰਜ਼ੰਪਸ਼ਨ ਤੇ ਰੀਹੈਬਿਲਿਟੇਸ਼ਨ ਦੇ ਵੱਲ ਚਲੀ ਗਈ। ਜੀ। ਮੇਰਾ ਖਿਆਲ ਹੈ ਇਸ ਡਿਬੇਟ ਤੋਂ ਤੁਹਾਡੇ ਦਰਸ਼ਕਾਂ ਨੂੰ ਕਾਫੀ ਇੱਥੋਂ ਦੀ ਪੋਜੀਸ਼ਨ ਦੇ ਬਾਰੇ ਪਤਾ ਲੱਗੇਗਾ। ਹੂੰ ਮੈਂ ਕੰਗ ਸਾਹਿਬ ਦੇ ਨਾਲੇ ਸਹਿਮਤ ਹਾਂ ਕਿ ਅਗਰ ਚਿੱਠਾ ਖਤਮ ਹੋ ਜਾਏ ਤੇ ਬਹੁਤ ਵੱਡੇ ਹੱਦ ਤੱਕ, ਸਿਰਫ ਚਿੱਠਾ ਹੀ ਨਹੀਂ, ਹੂੰ ਫਾਰਮਾਸਿਊਟੀਕਲ ਡਰੱਗਸ ਵੀ, ਅਗਰ ਇਹ ਦੋ ਚੀਜ਼ਾਂ ਖਤਮ ਹੋ ਜਾਣ ਤੇ ਬਹੁਤ ਬਹੁਤ ਹੱਦ ਤੱਕ ਪੰਜਾਬ ਨੂੰ ਰਾਹਤ ਮਿਲ ਸਕਦੀ ਹੈ। ਹੂੰ ਇਹ ਤੇ ਮੈਂ ਇਹ ਵੀ ਮੰਨਣਾ ਕਿ ਪੂਰੀ ਤਰ੍ਹਾਂ 100% ਸਬਸਟੈਂਸ ਅਬਿਊਜ਼ ਕਿਸੇ ਵੀ ਸੁਸਾਇਟੀ ਦੇ ਵਿੱਚ ਕਦੀ ਖਤਮ ਨਹੀਂ ਹੁੰਦੀ ਹੈ, ਪਰ ਉਹਨੂੰ ਕਿਤਰੇ ਕੰਟੇਨੇਬਲ ਲੈਵਲ ਦੇ ਉੱਤੇ ਰੱਖਣਾ। ਕੰਟੇਨੇਬਲ ਲੈਵਲ ਇਹ ਹੈਗਾ ਕਿ ਜਿੱਥੇ ਤੁਹਾਡੀਆਂ ਸਡਨ ਡੈਥਸ ਨਾ ਹੋਣ, ਜਿੱਥੇ ਤੁਹਾਡੀ ਪੂਰੀ ਸਿਵਲਾਈਜੇਸ਼ਨ ਦੇ ਉੱਤੇ ਜੀ। ਅਸਰ ਨਾ ਪੈ ਜਾਏ, ਹੂੰ ਤੇ ਲੋਕ ਵਿਦਿਨ ਲਿਮਿਟ ਜਿਹੜਾ ਉਹ ਕੰਜ਼ੰਪਸ਼ਨ ਕਰਨ। ਅਗਰ ਹੂੰ ਉੱਥੋਂ ਤੱਕ ਸੁਸਾਇਟੀ ਪਹੁੰਚ ਜਾਏ ਤੇ ਉਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਹੂੰ ਹੁਣ ਦੋ ਤਿੰਨ ਪੁਆਇੰਟ ਮੇਰੇ ਅਨਐਮਪਲੋਇਮੈਂਟ ਦੀ ਗੱਲ ਕੀਤੀ ਕੰਗ ਸਾਹਿਬ ਨੇ। ਜੀ। ਮੈਂ ਤੁਹਾਡੇ ਚੈਨਲ ਤੇ ਗੱਲ ਕਹਿਣੀ ਚਾਹੁੰਦਾ ਗੌਰਵ ਜੀ ਕਿ ਜਦੋਂ ਇਹ ਆਏ ਸੀਗੇ ਅਸੀਂ ਉਦੋਂ ਡਿਬੇਟਸ ਕਰਦੇ ਸੀ। ਮੇਰੇ ਖਿਆਲ 1 ਮਹੀਨੇ ਦੇ ਅੰਦਰ ਅੰਦਰ ਇੱਕ ਆંકੜਾ ਆ ਗਿਆ ਸੀਗਾ ਕਿ ਅਸੀਂ 24,000 ਬੰਦਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਨੇ। ਹੂੰ ਉਹ 24,000 ਤੋਂ 30,000 ਦੇ ਉੱਤੇ ਪਹੁੰਚ ਗਏ ਨੇ, ਤੇ ਬੜੀ ਜ਼ਿਆਦਾ ਮਤਲਬ ਗਰਵ ਦੇ ਨਾਲ ਇਹ ਕਹਿੰਦੇ ਨੇ ਅਸੀਂ 30,000 ਨੌਕਰੀਆਂ ਦੇ ਦਿੱਤੀਆਂ 1.5 ਸਾਲ ਦੇ ਵਿੱਚ। ਹੂੰ ਮੈਂ ਇਹਨਾਂ ਨੂੰ ਸਮਝਾ ਦੇਵਾਂ ਕਿ ਅਨਐਮਪਲੋਇਮੈਂਟ ਸਾਡੀ ਇੱਥੇ 40 ਲੱਖ ਤੇ ਹੈ, ਤੇ ਇਹ 30,000 ਤੇ 40,000 ਨੌਕਰੀਆਂ ਦੇ ਕੇ ਕੁਝ ਬਣਦਾ ਨਹੀਂ। ਤੇ ਨੌਕਰੀਆਂ ਦੇ ਕੇ ਤੁਸੀਂ ਅਨਐਮਪਲੋਇਮੈਂਟ ਖਤਮ ਨਹੀਂ ਕਰ ਸਕਦੇ। ਤੁਹਾਨੂੰ ਨੌਕਰੀਆਂ ਤੁਹਾਨੂੰ ਵਰਕ ਜਨਰੇਟ ਕਰਨਾ ਪਏਗਾ। ਉਹ ਵਰਕ ਜਨਰੇਟ ਕਰਨ ਵਾਸਤੇ ਸਿਵਲ ਸੈਕਟਰ, ਇੰਡਸਟਰੀ ਤੇ ਸਰਵਿਸ ਸੈਕਟਰ ਤੇ ਹੋਰ ਜਿਹੜੇ ਸੈਕਟਰ ਨੇ, ਐਜੂਕੇਸ਼ਨ, ਹੈਲਥ ਨੂੰ ਬੂਸਟ ਦੇਣਾ ਪਏਗਾ। ਠੀਕ ਹੈ ਉਸ ਜੀ, ਪਾਸੇ ਬਿਲਕੁਲ। ਤੁਸੀਂ ਕੁਝ ਨਹੀਂ ਕੀਤਾ ਹੂੰ ਤੇ ਉਹ ਉਧਰ ਕੁਝ ਲੱਗੋ। ਬਾਕੀ ਮੈਂ ਤੁਹਾਨੂੰ ਦੱਸਦਾ, ਇੱਕ ਕੰਪੈਰੀਜ਼ਨ ਦੀ ਗੱਲ ਆ ਰਹੀ ਸੀਗੀ ਕਿ ਇਸ ਵੇਲੇ ਗੌਰਵ ਜੀ ਜਿਹੜਾ ਡਰੱਗਸ ਦਾ ਲੈਵਲ ਹੈ ਉਹ ਐਕਸਪੋਨੈਂਸ਼ੀਅਲੀ ਇਨਕਰੀਜ਼ ਹੀ ਹੁੰਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੋਂ, ਕਾਂਗਰਸ ਦੇ ਟਾਈਮ ਤੇ ਹੁਣ ਵੀ ਇਨਕਰੀਜ਼ ਹੋ ਰਿਹਾ। ਕਿਧਰੋਂ ਮੈਨੂੰ ਆંકੜੇ ਮਿਲੇ ਸੀਗੇ ਕਿ ਅੱਜ ਕੱਲ ਰੋਜ਼ ਦੀਆਂ 14 ਡੈਥਸ ਹੋ ਰਹੀਆਂ ਨੇ। ਜੀ। ਸੋ ਵੀ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਤੇ ਐਸੇ ਪ੍ਰੋਮਿਸਿਸ ਨਹੀਂ ਬਣਾਉਣੇ ਚਾਹੀਦੇ ਜਿਹੜੇ ਕਿ ਦੇਖੋ ਸਾਡੀ ਜਿਹੜੀ ਸੁਸਾਇਟੀ ਹੈ ਗੌਰਵ ਜੀ ਬਹੁਤ ਨਿਰਧਨ ਹੋ ਗਈ ਹੈ। ਅਸੀਂ ਹਰ ਚੀਜ਼ ਨੂੰ ਮੰਨ ਲੈਂਦੇ ਹਾਂ ਤੇ ਕੋਈ ਚਮਤਕਾਰ ਦਾ ਵੇਟ ਕਰਦੇ ਰਹਿੰਦੇ ਹਾਂ। ਮਾਨ ਸਾਹਿਬ ਗੱਲਬਾਤ ਦੇ ਵਿੱਚ ਬੜੇ ਚੰਗੇ ਨੇ, ਉਹਨਾਂ ਦਾ ਕੰਮ ਹੀ ਪੂਰੀ ਜ਼ਿੰਦਗੀ ਗੱਲਬਾਤ ਦਾ ਰਿਹਾ ਹੈ। ਪਰ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਐਸੇ ਸੀਰੀਅਸ ਮੁੱਦੇ ਦੇ ਉੱਤੇ ਉਹ ਐਸਾ ਕੋਈ ਮਤਲਬ ਲੋਕਾਂ ਦੀ ਉਮੀਦ ਨਾ ਖੜੀ ਕਰਨ ਜਿਹਦੇ ਨਾਲ ਕਿ ਲੋਕ ਬਿਲਕੁਲ ਹੀ ਬਾਅਦ ਦੇ ਵਿੱਚ ਨਿਰਾਸ਼ ਹੋ ਜਾਣ। ਠੀਕ ਹੈ। ਮੈਂ ਦੀਪਾ ਜੀ ਦਾ ਰੁਖ ਕਰਨਾ। ਦੀਪਾ ਜੀ, ਕੰਪੈਰੀਜ਼ਨ ਦਾ ਜ਼ਿਕਰ ਹੋ ਰਿਹਾ ਸੀ, ਮੈਂ ਤੁਹਾਨੂੰ ਵੀ ਸਵਾਲ ਕੀਤਾ ਸੀ, ਪਰ ਇਸ ਸਭ ਦੇ ਵਿਚਾਲੇ ਐਕਸ਼ਨ ਪਲਾਨ, ਕਿਉਂਕਿ ਆਪਾਂ ਡਿਬੇਟ ਦੇ ਇੱਕ ਆਖਰੀ ਪੁਆਇੰਟ ਦੇ ਉੱਤੇ ਪਹੁੰਚ ਰਹੇ ਹਾਂ। ਐਕਸ਼ਨ ਪਲਾਨ ਤਾਂ ਹੁਣ ਤੱਕ ਦੱਸ ਦਿੱਤਾ, ਆਪਾਂ ਉਹ ਵੀ ਕਹਿੰਦੇ ਕਿ ਰਿਪੀਟ ਹੋ ਰਹੀਆਂ ਚੀਜ਼ਾਂ ਆਲਰੇਡੀ ਸਾਰੀਆਂ ਹੋ ਰਹੀਆਂ ਸੀ, ਸ਼ਾਇਦ ਉਸ ਨੂੰ ਅਲੱਗ ਤਰੀਕੇ ਨਾਲ ਇੰਪਲੀਮੈਂਟ ਸਰਕਾਰ ਕਰੇ। ਕੀ ਹੋ ਸਕਦਾ ਹੈ ਕਿ ਵਾਕਈ ਚਿੱਟੇ ਦੇ ਉੱਤੇ ਫੋਕਸ ਕਰਨ ਦੀ ਜ਼ਰੂਰਤ ਹੈ, ਕਿ ਟੋਟਲੀ ਫੋਕਸ ਹੀ ਚਿੱਟੇ ਦੇ ਉੱਤੇ ਕਰ ਦਿੱਤਾ ਜਾਵੇ ਕਿ ਇਹ ਖਤਮ ਕਰ ਲਈ ਬਹੁਤ ਹੈ? ਗੌਰਵ ਜੀ, ਕੋਈ ਐਕਸ਼ਨ ਪਲਾਨ ਨਹੀਂ, ਕੋਈ ਫੋਕਸ ਨਹੀਂ। ਸਿਰਫ ਫੋਕਸ ਹੈ ਜਿਹੜੀ 8-10 ਮਹੀਨਿਆਂ ਦੇ ਵਿੱਚ ਇਲੈਕਸ਼ਨ ਆਣੇ ਹੈ, ਭਾਵੇਂ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੈ, ਭਾਵੇਂ ਪੰਚਾਇਤਾਂ ਦੇ ਇਲੈਕਸ਼ਨ ਹੈ, ਔਰ ਭਾਵੇਂ ਪਾਰਲੀਮੈਂਟ ਦਾ ਇਲੈਕਸ਼ਨ ਜੀ। ਉਹ ਕਿਉਂਕਿ ਆ ਰਹੇ ਹੈ ਇਸ ਵਾਸਤੇ BSF ਤੇ ਚਿੱਟਾ ਤੇ ਡਰੋਨ ਤੇ ਪਾਕਿਸਤਾਨ ਬਾਰਡਰ ਤੋਂ ਪਾਰ ਤੋਂ ਨਿਸ਼ਾਨ ਦਾ ਹੈ। ਉਹ ਜਿਹੜਾ ਆਪਦੀਆਂ ਫੇਲਰਸ ਹੈ, ਆਪਦੇ ਜਿਹੜੀਆਂ ਕੁਝ ਕਰ ਨਹੀਂ ਸਕੇ 1.5 ਸਾਲ, ਉਹ ਕਿਸੇ ਹੋਰ ਤੇ ਪਾ ਕੇ ਤੇ ਪਿੰਡਾਂ 'ਚ ਜਾਣਾ ਚਾਹੁੰਦੇ ਆ। ਪਰ ਮੈਨੂੰ ਅਫਸੋਸ ਹੈ, ਬਿਲਕੁਲ ਅਗਲਾ ਸਾਲ ਮੰਗਣ, 2 ਮੰਗਣ, ਮੈਂ ਸਮਝਦਾ ਪਿੰਡਾਂ 'ਚ ਜਾਣਗੇ, ਸੱਥਾਂ 'ਚ ਜਾਣਗੇ, ਇਹਨਾਂ ਨੂੰ ਸਵਾਲ ਹੋਣਗੇ ਔਰ ਪੁੱਛਣਗੇ, ਔਰ ਇਹਨਾਂ ਕੋਲ ਕੋਈ ਜਵਾਬ ਨਹੀਂ ਹੋਊਗਾ। ਸਿਰਫ ਇੱਕ ਪੋਲੀਟੀਕਲ ਸਟੇਟਮੈਂਟ ਹੈ, ਕਿਉਂਕਿ ਅਗਲੇ 1 ਸਾਲ ਦੇ ਵਿੱਚ ਇਲੈਕਸ਼ਨ ਆਣੇ ਆ। ਬੜੇ ਨਹੀਂ, ਤੁਹਾਨੂੰ ਨਹੀਂ ਲੱਗਦਾ ਕਿ ਜੇ CM ਕਹਿ ਰਹੇ ਨੇ ਤਾਂ ਉਸ ਦੇ ਪਿੱਛੇ ਥੋੜਾ ਭਰੋਸਾ ਤਾਂ ਕਰਨਾ ਹੀ ਹੋਏਗਾ? ਮੁੱਖ ਮੰਤਰੀ ਕਹਿ ਰਹੇ ਨੇ। ਬਿਲਕੁਲ ਕੋਈ ਭਰੋਸਾ ਨਹੀਂ। ਮੇਰੀ ਗੱਲ ਸੁਣੋ, ਨਹੀਂ। ਇਹਨਾਂ ਨੇ ਕੀ ਕਿਹਾ ਸੀ ਗੌਰਵ ਜੀ? ਕੀ ਕਿਹਾ ਸੀ? ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆਪਦੇ ਜਦੋਂ CM ਬਣਨ ਤੋਂ ਪਹਿਲਾਂ ਕਿ ਸਰਕਾਰਾਂ ਹੀ ਨਸ਼ੇ ਵਿਕਾਉਂਦੀਆਂ। ਮੈਂ ਬਿਲਕੁਲ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮਿਸਟਰ ਕੰਗ ਇਸ ਬਾਰੇ ਮੈਨੂੰ ਕਹਿਣ ਮੈਂ ਗਲਤ ਕਹਿ ਰਿਹਾ ਤਾਂ ਇਹਨਾਂ ਨੇ ਕਿਹਾ ਸੀ ਸਰਕਾਰਾਂ ਹੀ ਨਸ਼ੇ ਵਿਕਾਉਂਦੀਆਂ ਹਨ। ਔਰ ਇੱਕ ਇਹਨਾਂ ਦੀ ਸਟੇਟਮੈਂਟ 21/5/2022 ਨੂੰ ਪੁਲਿਸ ਅਫਸਰਾਂ ਦੀ ਵੱਡਿਆਂ ਦੀ ਇਹਨਾਂ ਨੇ ਇੱਕ ਮੀਟਿੰਗ ਲਈ ਸੀ ਚੰਡੀਗੜ੍ਹ ਸਰਕਾਰ ਬਣਨ ਤੋਂ ਬਾਅਦ। ਉਹਨਾਂ 'ਚ ਹਦਾਇਤਾਂ ਦਿੱਤੀਆਂ ਸੀ ਕਿ ਅਸੀਂ ਹਦਾਇਤਾਂ ਦਿੱਤੀਆਂ DGP ਸਾਹਿਬ ਨੂੰ, SSP ਸਾਹਿਬ ਨੂੰ ਕਿ ਜਿਹੜੇ ਏਰੀਏ ਦੇ ਵਿੱਚ ਨਸ਼ਾ ਵਿਕਿਆ, ਨਸ਼ੇ ਦੀ ਤਸਕਰੀ ਹੋਈ, ਉੱਥੋਂ ਦਾ SHO ਨੂੰ ਉਹਦੀ ਜ਼ਿੰਮੇਵਾਰੀ ਹੋਊ। ਮੈਂ ਪੁੱਛਣਾ ਚਾਹਨਾ ਪਿਛਲੇ 1.5 ਸਾਲ ਜਾਂ 1.5 ਸਾਲ ਦੇ ਵਿੱਚ ਕਿੰਨੇ SHO ਤੁਸੀਂ ਲਾਈਨ ਹਾਜ਼ਰ ਕਰਤੇ? ਠੀਕ ਹੈ, ਕਿੰਨਿਆਂ ਦੀ ਜ਼ਿੰਮੇਵਾਰੀ? ਵੈਲਿਡ ਪੁਆਇੰਟ ਹੈ। ਚਲੋ ਆਪਾਂ ਜਵਾਬ ਲੈ ਲਈਏ ਸਰ।
ਜਵਾਬ ਲੈ ਲਈਏ ਕਾਂਗ ਜੀ। ਇੱਕ ਸੈਕਿੰਡ ਹੋਰ ਜੀ ਕਰ ਲਓ, ਕੰਪਲੀਟ ਕਰ ਲਓ ਤੁਸੀਂ। ਐਸੇ ਡਿਬੇਟ ਦੀ ਕੰਗ ਸਾਹਿਬ ਨੇ ਕਿਹਾ ਕਿ ਆਰਥਿਕ ਇੰਟਰਸਟ ਵੀ ਸ਼ਾਮਿਲ ਹੈ ਇਸ ਧੰਦੇ ਦੇ ਵਿੱਚ ਜੀ। ਭਰਾ 1.5 ਸਾਲ ਹੋ ਗਿਆ ਤੁਹਾਡੀ ਸਰਕਾਰ ਹੈ, ਮੈਂ ਵੀ ਕਹਿੰਦਾ ਆਰਥਿਕ ਇੰਟਰਸਟ ਸ਼ਾਮਿਲ ਹੈ, ਸਰਕਾਰ ਤੁਹਾਡੀ ਹੈ, ਆਰਥਿਕ ਇੰਟਰਸਟ ਕਿੰਦੇ ਹੋਣਗੇ? ਤੁਹਾਡੇ ਹੋਣਗੇ, ਤੁਹਾਡੇ ਅਫਸਰਾਂ ਦੇ ਹੋਣਗੇ, ਤੁਹਾਡੀ ਪੁਲਿਸ ਦੇ ਹੋਣਗੇ, ਤੁਹਾਡੇ ਲੀਡਰਾਂ ਦੇ ਹੋਣਗੇ। ਹੁਣ ਤੁਸੀਂ ਮਗਰਮੱਛ ਲੈ ਕੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੋ, ਕਿਸੇ ਨੇ ਨਹੀਂ ਸੁਣਨੀ, ਜਵਾਬ ਤੁਹਾਨੂੰ ਦੇਣਾ ਪੈਣਾ ਹੈ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ, ਸਮਾਂ ਬਹੁਤ ਘੱਟ ਹੈ। ਕਾਂਗ ਜੀ ਕਰਕੇ ਸਰਕਾਰ ਚ ਲੈ ਸੀ, ਉਹਦਾ ਜਵਾਬ ਦਿਆ ਜੇ ਤਾਂ ਲੋਕ ਤੁਹਾਨੂੰ ਸੱਤਾ 'ਚ ਜਵਾਬ ਪੁੱਛਣਗੇ। ਠੀਕ ਹੈ, ਲੋਕਾਂ ਨੇ ਜਵਾਬ ਪੁੱਛਣਾ ਹੈ ਸਰ, ਸੱਤਾ ਦਿੱਤੀ ਹੈ, ਵੋਟਾਂ ਪਾਈਆਂ ਨੇ, ਤਾਂ ਲੋਕਾਂ ਨੇ ਸਵਾਲ ਤਾਂ ਪੁੱਛਣੇ ਹੈ। ਕੰਗ ਜੀ ਦੇਖੋ, ਇਹ ਪੋਲੀਟੀਕਲ ਤੌਰ ਦੇ ਉੱਤੇ ਬਹੁਤ ਸਾਰੀਆਂ ਸਟੇਟਮੈਂਟਸ ਹੁੰਦੀਆਂ ਨੇ, ਇਲੈਕਸ਼ਨ ਦੇ ਵਿੱਚ ਦਿੱਤੀਆਂ ਗਈਆਂ ਵੱਖਰੀਆਂ, 15 ਅਗਸਤ ਦੇ ਮੌਕੇ ਤੇ ਦਿੱਤੀ ਗਈ ਤੁਸੀਂ ਕਹਿ ਸਕਦੇ ਹੋ ਕਿ ਅਲੱਗ ਤਰੀਕੇ ਨਾਲ ਹੁੰਦੀ ਹੈ। ਹੁਣ ਗੱਲ ਇਹ ਹੈ ਕਿ ਇਲੈਕਸ਼ਨ ਦੇ ਦੌਰਾਨ ਇਹ ਜੋ ਦੀਪਾ ਜੀ ਜ਼ਿਕਰ ਕਰ ਰਹੇ ਨੇ ਕਿ ਉਸ ਸਮੇਂ ਤੁਸੀਂ ਕਹਿੰਦੇ ਸੀ ਕਿ ਐਸਐਚਓ ਨੂੰ ਪੂਰਾ ਜ਼ਿੰਮੇਵਾਰ ਬਣਾ ਦਿਓ, ਅਫਸਰਾਂ ਨੂੰ ਦੇ ਦਿਓ ਤੁਸੀਂ ਪੂਰੀ ਕਮਾਨ, ਤਾਂ ਚਿੱਟਾ ਖਤਮ ਹੋ ਸਕਦਾ, ਨਸ਼ਾ ਖਤਮ ਹੋ ਸਕਦਾ। ਡੈਫੀਨਿਟਲੀ ਜ਼ਿੰਮੇਵਾਰੀ ਤੇ ਫਿਕਸ ਹੋਣੀ ਚਾਹੀਦੀ ਹੈ, ਕਿਉਂ ਨਹੀਂ ਹੋਣੀ ਚਾਹੀਦੀ? ਜਵਾਬਦੇਹੀ ਹੋਣੀ ਚਾਹੀਦੀ ਹੈ, ਜਵਾਬਦੇਹੀ ਪੰਜਾਬ ਸਰਕਾਰ ਦੀ ਵੀ ਔਰ ਪੰਜਾਬ ਦੇ ਮੁੱਖ ਮੰਤਰੀ ਜੀ ਇਸ ਗੱਲ ਤੋਂ ਭੱਜੇ ਹੀ ਨਹੀਂ ਹੈ। ਕਮੀ ਰਹਿ ਗਈ ਜਾਂ ਕਿੱਥੇ ਪੂਰਾ ਮਾਮਲਾ ਫਸਿਆ ਹੋਇਆ? ਜਿੱਥੇ ਗੱਲ ਸੱਥਾਂ ਜਾਣਦੀ ਆ ਤੇ ਮੌਜੂਦਾ ਮੁੱਖ ਮੰਤਰੀ ਤੇ ਹਰ ਰੋਜ਼ ਪਿੰਡਾਂ ਦੀਆਂ ਸੱਥਾਂ 'ਚ ਹੀ ਹੁੰਦੇ ਆ, ਲੁਕਦੇ ਨਹੀਂ ਫਿਰਦੇ। ਅਸੀਂ ਸਵਾਲ ਪੁੱਛਣੇ ਵੀ ਜਿਹੜੇ ਆਮ ਆਦਮੀ ਪਾਰਟੀ ਨੇ ਸਿਖਾਏ ਤੇ ਸਵਾਲਾਂ ਤੋਂ ਕਦੀ ਭੱਜੇ ਵੀ ਨਹੀਂ ਗਏ, ਕਿਉਂਕਿ ਸਾਡੇ ਕੋਲ ਲੁਕਾਉਣ ਲਈ ਕੁਝ ਨਹੀਂਗਾ। ਅਸੀਂ ਕੋਈ ਐਮਪਾਇਰ ਖੜੇ ਨਹੀਂ ਕਰਨੇ, ਨਾ ਸਾਡੇ ਮੁੱਖ ਮੰਤਰੀ ਜੀ ਨੇ ਕਰਨੇ ਆ ਤੇ ਨਾ ਆਮ ਆਦਮੀ ਪਾਰਟੀ ਦੇ ਬਾਕੀ ਕਿਸੇ ਮੰਤਰੀ ਨੇ ਕਰਨੇ ਆ। ਔਰ ਜਿਹਦੇ ਤੇ ਕੋਈ ਉਂਗਲ ਚੱਕੀ ਜਾਂਦੀ ਆ, ਚਾਹੇ ਉਹ ਆਪਣਾ ਹੋਵੇ ਬਗਾਨਾ ਹੋਵੇ, ਬਖਸ਼ਿਆ ਨਹੀਂ। ਐਕਸ਼ਨ ਦੀ ਜਿੱਥੋਂ ਤੱਕ ਗੱਲ ਹੈ, ਚਾਹੇ ਕਰਪਸ਼ਨ ਨੂੰ ਲੈ ਕੇ, ਚਾਹੇ ਰਾਜਨੀਤ ਵਾਲਾ ਮਸਲਾ ਹੋਵੇ, ਕੋਈ ਲਿਹਾਜ਼ਦਾਰੀ ਨਹੀਂ ਕੀਤੀ। ਮੈਂ ਨੌਕਰੀਆਂ ਦੀ ਗੱਲ ਕੀਤੀ ਸੀ, 30,000 ਨੌਕਰੀਆਂ ਜੈਬੰਦ ਜੀ ਸ਼ਾਇਦ ਦੂਜੇ ਪਾਸੇ ਲੈ ਗਏ ਕਿ 30,000 ਗਵਰਨਮੈਂਟ ਸੈਕਟਰ 'ਚ ਦਿੱਤੀਆਂ, ਪ੍ਰਾਈਵੇਟ ਸੈਕਟਰ ਦੀ ਮੈਂ ਕੋਈ ਗੱਲ ਨਹੀਂ ਕੀਤੀ ਸੀ, ਜਿਹਦੇ 'ਚ ਕਿਉਂਕਿ ਯੂਥ ਕਦੋਂ ਨਿਰਾਸ਼ ਹੁੰਦਾ? ਜਦੋਂ ਉਹਦੀ ਮੈਰਿਟ ਇਗਨੋਰ ਹੁੰਦੀ ਆ, ਜਦੋਂ ਉਹਨੂੰ ਪ੍ਰੋਪਰ ਮੌਕੇ ਨਹੀਂ ਮਿਲਦੇ, ਜਦੋਂ ਉਹਦੇ ਤੇ ਘੱਟ ਮੈਰਿਟ ਵਾਲੇ ਨੂੰ ਉੱਪਰ ਬਿਠਾ ਦਿੱਤਾ ਜਾਂਦਾ ਹੈ। ਤਾਂ ਮਾਨ ਸਾਹਿਬ ਨੇ ਇਨਸ਼ੋਰ ਕੀਤਾ ਹੈ ਕਿ ਮੈਰਿਟ ਤੇ ਨੌਕਰੀਆਂ ਮਿਲਣ। ਰੋਜ਼ਗਾਰ ਬੜਾ ਇੰਪੋਰਟੈਂਟ ਪਾਰਟ ਹੈ। ਗਰਾਊਂਡਾਂ ਤੇ ਨੌਜਵਾਨ ਹੋਣ, ਖੇਡਾਂ ਵਤਨ ਪੰਜਾਬ ਦੀਆਂ ਤੋਂ ਲੈ ਕੇ ਜਿਹੜੀ ਪਿਛਲੇ ਦਿਨਾਂ 'ਚ ਸਪੋਰਟਸ ਪਾਲਿਸੀ ਆ, ਜਿਹਦੇ 'ਚ ਨੌਕਰੀਆਂ ਦੇ ਨਾਲ ਨਾਲ ਕੈਸ਼ ਅਵਾਰਡ ਦੀ ਗੱਲ ਕੀਤੀ ਆ, ਇਸ तमाम ਉਪਰਾਲੇ ਇਹਦੇ ਨਾਲ ਨਾਲ ਇੱਕ ਗੱਲ ਹੋਰ ਅਸੀਂ ਕਹੀ ਆ, ਨਸ਼ਾ ਕਰਨ ਵਾਲੇ ਤੇ ਐਕਸ਼ਨ ਨਹੀਂ, ਨਸ਼ਾ ਵੇਚਣ ਵਾਲੇ ਤੇ ਐਕਸ਼ਨ ਕਰ ਰਹੇ ਆ। ਇਹ ਨਹੀਂ ਕਿ ਬੋਰਡ ਲਵਾ ਦਿਓ 70,000 ਫੜ ਲਏ, 78,000 ਜਿਹੜੇ ਨਸ਼ਾ ਨਹੀਂ, ਜਿਹੜੇ ਡਰਗ ਲਾਰਡਸ ਹੈ ਉਹਨਾਂ ਦੇ ਖਿਲਾਫ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਨੀਆਂ। ਔਰ ਤੁਹਾਨੂੰ ਲੱਗਦਾ ਕਿ ਕਾਰਗਰ ਸਾਬਿਤ ਹੋ ਸਕਦਾ ਹੈ? ਦੇਖੋ, ਬਹੁਤ ਵੱਡੀ ਚੁਣੌਤੀ ਹੈ ਕੰਗ ਜੀ, ਸਮਾਂ ਬਹੁਤ ਘੱਟ ਹੈ, ਪਿੱਛੇ ਮੈਂ ਬਹੁਤ ਛੋਟਾ ਜਿਹਾ ਸਟੇਟਮੈਂਟ, ਬਹੁਤ ਵੱਡੀ ਚੁਣੌਤੀ ਹੈ। ਤੁਹਾਨੂੰ ਲੱਗਦਾ ਕਿ ਜਿਹੜੇ ਐਕਸ਼ਨ ਪਲਾਨ ਤੁਸੀਂ ਦੱਸ ਰਹੇ ਹੋ ਉਸ ਦੇ ਨਾਲ ਕਾਰਗਰ ਸਾਬਿਤ ਹੋ ਸਕੇਗਾ? ਅਸੀਂ ਇਹਨਾਂ ਦੇ ਨਾਲ ਨਾਲ ਪਬਲਿਕ ਮੂਵਮੈਂਟ ਵੀ ਬਣਾਵਾਂਗੇ ਆਉਣ ਵਾਲੇ ਟਾਈਮ 'ਚ, ਤੁਸੀਂ ਦੇਖਿਓ। ਔਰ ਇਹ ਡੈਫੀਨਿਟਲੀ ਚੈਲੰਜਿੰਗ ਹੈ, ਲੇਕਿਨ ਪੰਜਾਬੀਆਂ ਨੇ ਚੁਣੌਤੀਆਂ ਨੂੰ ਹਮੇਸ਼ਾ ਪਾਰ ਕੀਤਾ ਹੈ। ਚਲੋ ਇੱਕ ਛੋਟੀ ਛੋਟੀ ਸਟੇਟਮੈਂਟ ਜੀ, ਤੁਸੀਂ ਫਾਈਨਲ ਸਟੇਟਮੈਂਟ ਜ਼ਰੂਰ ਦਿਓ। ਮੈਂ ਖੜਿਆਲ ਸਾਹਿਬ ਔਰ ਜੈਬਾਂਜ ਜੀ ਤੋਂ ਇੱਕ ਛੋਟੀ ਛੋਟੀ ਸਟੇਟਮੈਂਟ ਜ਼ਰੂਰ ਲਵਾਂਗਾ। ਦੀਪਾ ਜੀ ਤੁਹਾਡੇ ਕੋਲ ਵੀ ਆਵਾਂਗਾ। ਖੜਿਆਲ ਸਾਹਿਬ, ਮੈਂ ਖੜਿਆਲ ਸਾਹਿਬ ਥੋੜਾ ਐਡ ਕਰਨਾ ਚਾਹੁੰਦਾ। ਦੇਖੋ, 4 ਹਫ਼ਤੇ ਵਾਲਾ ਲੋਕਾਂ ਨੇ ਸੁਣਿਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ਉਹ ਤੁਹਾਡੀ ਪਾਰਟੀ ਸੀ ਉਸ ਸਮੇਂ, ਮੁੱਖ ਮੰਤਰੀ ਤੁਹਾਡੀ ਪਾਰਟੀ ਨੇ ਬਣਾਇਆ ਸੀ। 4 ਮਹੀਨੇ ਵਾਲਾ ਦਾਵਾ ਹੋਇਆ, ਹੁਣ 1 ਸਾਲ ਵਾਲਾ ਹੋ ਰਿਹਾ। ਕਿ ਤਿੰਨਾਂ ਦੇ ਵਿੱਚ ਕੁਝ ਪ੍ਰੈਕਟੀਕਲੀ ਨਜ਼ਰ ਆਉਂਦਾ ਕਿ ਹਾਂ 4 ਹਫ਼ਤੇ 'ਚ ਕੌਣ ਹੋ ਸਕਦਾ ਸੀ, ਜਾਂ 4 ਮਹੀਨੇ 'ਚ ਹੋ ਸਕਦਾ ਸੀ, ਜਾਂ 1 ਸਾਲ ਦੇ ਵਿੱਚ ਇਹ ਨਸ਼ਾ ਖਤਮ ਹੋ ਸਕਦਾ? ਜਿਵੇਂ ਤੁਸੀਂ ਕੈਪਟਨ ਸਾਹਿਬ ਦਾ ਜ਼ਿਕਰ ਕੀਤਾ 4 ਹਫ਼ਤੇ ਬਾਅਦ, ਤੁਸੀਂ 4 ਮਹੀਨਿਆਂ ਬਾਅਦ ਵੀ ਜ਼ਿਕਰ ਕਾਈਂਡਲੀ ਕਰ ਦਿਆ ਕਰੋ ਵੀ ਆਮ ਆਦਮੀ ਪਾਰਟੀ ਨੇ ਕੀਤਾ ਸੀ। ਲੇਕਿਨ ਮੈਂ ਜੀ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਕਰਨਾ ਪਿਆ ਕਿਉਂਕਿ ਤੁਹਾਡੀ ਪਾਰਟੀ ਛੱਡ ਚੁੱਕੇ ਆ। ਇੱਥੇ ਮੈਂ ਉਹ ਸਪਸ਼ਟੀਕਰਨ ਦੇਣਾ ਗੌਰਵ ਜੀ, ਇੱਕ ਬੜਾ ਸਿੰਪਲ ਜਿਹਾ ਕਿ ਫਰਕ ਬਸ ਇਹ ਸੀਗਾ ਕਿ ਕੈਪਟਨ ਸਾਹਿਬ ਦੀ ਅਕਾਊਂਟੇਬਿਲਿਟੀ ਤਾਂ ਫਿਕਸ ਹੋ ਗਈ, ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸੀਐਮ ਪਦ ਤੋਂ ਉਤਾਰਿਆ, ਲੇਕਿਨ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਅਕਾਊਂਟੇਬਿਲਿਟੀ ਫਿਕਸ ਕਰੂਗੀ? ਹੁਣ ਤੱਕ ਤਾਂ ਦੇਖਣ ਨੂੰ ਨਹੀਂ ਮਿਲੀ। ਦੂਜਾ, ਗੌਰਵ ਜੀ ਤੁਸੀਂ ਬੜੀ ਅੱਛੀ ਗੱਲ ਕਹੀ ਕਿ ਇਹ ਪੋਸੀਬਲ ਹੀ ਨਹੀਂ ਹੈ ਕਿ ਬਿਲਕੁਲ ਪੂਰਨ ਤਰੀਕੇ ਦੇ ਨਾਲ ਵਾਈਪ ਆਊਟ ਹੀ ਹੋ ਜਾਏ ਨਸ਼ਾ। ਤੇ ਜੇ ਇਹ ਗੱਲ ਸੱਚ ਹੈ ਫਿਰ ਸੀਐਮ ਸਾਹਿਬ ਕਿਉਂ ਕਹਿ ਰਹੇ ਡਰੱਗ ਫ੍ਰੀ ਬਣ ਜੂ ਪੰਜਾਬ 15 ਅਗਸਤ ਤੱਕ? ਤੇ ਉਸ ਤੋਂ ਬਾਅਦ ਤੁਸੀਂ ਦੇਖੋ, ਯਾਦ ਕਹਿ ਰਹੇ 15 ਅਗਸਤ ਤੱਕ, 26 ਜਨਵਰੀ ਤੱਕ, ਕਿੰਨਾ ਅੰਤਰ ਹੈ ਦੋਵੇਂ ਡੇਟਸ ਦੇ ਵਿੱਚ, ਕਿੰਨੇ ਮਹੀਨਿਆਂ ਦਾ? ਤੇ ਇੱਥੋਂ ਪਤਾ ਲੱਗ ਜਾਂਦਾ, ਇਸ ਸਟੇਟਮੈਂਟ ਨੂੰ ਧਿਆਨ ਨਾਲ ਦੇਖੋਗੇ ਨਾ ਤਾਂ ਪਤਾ ਲੱਗ ਜੂ ਵੀ ਨਾਨ ਸੀਰੀਅਸ ਸਟੇਟਮੈਂਟ ਹੈ। ਲਾਸਟ ਪੁਆਇੰਟ ਮੇਰਾ ਸਭ ਤੋਂ ਜ਼ਰੂਰੀ ਇਹ ਡਿਬੇਟ ਦਾ ਪੁਆਇੰਟ ਹੈ ਗੌਰਵ ਜੀ, ਕਿ ਲੋਕ ਨਾ ਬੜੇ ਹਤਾਸ਼ ਨੇ, ਬੜੇ ਨਿਰਾਸ਼ ਨੇ ਇਸ ਗੱਲ ਨੂੰ ਲੈ ਕੇ
ਕਿ ਜਿਹੜੇ ਨੇਤਾ ਨੇ ਲੀਡਰਸ ਨੇ ਜੀ। ਇਹ ਟੇਕ them for granted ਕੁਝ ਵੀ ਕਹਿ ਦਿੰਦੇ ਆ ਕਦੋਂ ਵੀ ਕਹਿ ਦਿੰਦੇ ਆ ਤੇ ਉਹਨਾਂ ਦੀ ਅਕਾਊਂਟੇਬਿਲਿਟੀ ਨਹੀਂ ਫਿਕਸ ਹੁੰਦੀ। ਸੋ ਟੂ ਮੇਕ ਸ਼ੋਰ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਪ੍ਰਮੁੱਖ ਰੱਖਿਆ ਜਾਵੇ। ਇਹ ਦੱਸਣ ਆਮ ਆਦਮੀ ਪਾਰਟੀ ਵਾਲੇ ਮੇਰੇ ਭਰਾ ਕੰਗ ਸਾਹਿਬ ਵੀ ਜੇ 15 ਅਗਸਤ ਜਾਂ 26 ਜਨਵਰੀ ਤੱਕ ਪੰਜਾਬ ਡਰਗ ਫ੍ਰੀ ਨਹੀਂ ਬਣਦਾ ਸਰਕਾਰ ਕੀ ਅਸਤੀਫਾ ਦਊਗੀ ਜਾਂ ਨਹੀਂ मैं जवाब लवांगा समा खत्म मैं वाइंड अप करना है। जयपाल जी बहुत छोटी स्टेटमेंट रखियो सर प्लीज प्लीज सुझाव दे दो। ਮੈਨੂੰ ਲੱਗਦਾ ਕਿ ਸ਼ਾਇਦ ਮੁੱਖ ਮੰਤਰੀ ਸੁਣ ਰਹੇ ਹੋਣ ਦੇਖ ਰਹੇ ਹੋਣ ਕਿ ਕਿਸੇ ਤਰੀਕੇ ਨਾਲ ਆਪਾਂ ਨਸ਼ਾ ਖਤਮ ਕਰੀਏ ਕਿਉਂਕਿ ਪੋਲੀਟੀਕਲ ਤੌਰ ਦੇ ਉੱਤੇ ਸਟੇਟਮੈਂਟ ਅਲੱਗ ਹੋ ਸਕਦੀਆਂ ਆਪਾਂ ਸਾਰੇ ਇਹੀ ਚਾਹੁੰਦੇ ਕਿ ਨਸ਼ਾ ਖਤਮ ਹੋ ਜਾਏ। ਮੇਰੀ ਬੜੀ ਛੋਟੀ ਸਟੇਟਮੈਂਟ ਹੈ ਜੀ। ਪਹਿਲੀ ਗੱਲ ਮੈਂ ਇਹ ਕਹਿਣੀ ਚਾਹਨਾ ਕਿ ਕੰਗ ਸਾਹਿਬ ਵੀ ਸਮਝ ਗਏ ਨੇ। ਮੇਰਾ ਖਿਆਲ ਉਹਨਾਂ ਨੇ ਅੱਜ ਦੀ ਬਹੁਤ ਅੱਛੀ ਡਿਬੇਟ ਦੇ ਵਿੱਚੋਂ ਕਈ ਅੱਛੇ ਪੁਆਇੰਟਸ ਲੈ ਕੇ ਜਾਣਗੇ ਆਪਣੀ ਗਵਰਨਮੈਂਟ ਵਾਸਤੇ ਕੁਝ ਕਰਨ ਨੂੰ। ਮੈਂ ਰਾਜਨੀਤੀ ਕੋਲ ਉੱਠ ਕੇ ਇਹ ਕਹਿਣਾ ਚਾਹਨਾ ਕਿ ਤੁਸੀਂ ਆਪਾਂ ਡੇਟਸ ਦੇਣੀਆਂ ਛੱਡ ਦਈਏ। ਸਰਕਾਰ ਜਿਹੜੀ ਆ ਉਹ ਆਪਣੀ ਮਨਸ਼ਾ ਹੀ ਦਿਖਾ ਦੇ ਕਿ ਅਸੀਂ ਇਹ ਡਰੱਗਸ ਨੂੰ ਖਤਮ ਕਰਨਾ ਹੈ। ਮੈਂ ਤੁਹਾਨੂੰ ਰਿਕੁਐਸਟ ਕਰਨਾ ਕਿ ਹਰ ਮਹੀਨੇ ਕੋਈ ਦਿਨ ਬੰਨ ਲਓ, ਉਸ ਦਿਨ ਆਪਾਂ ਡਰੱਗਸ ਦੇ ਉੱਤੇ ਡਿਬੇਟ ਕਰਿਆ ਕਰਾਂਗੇ ਤੇ ਸਰਕਾਰ ਨੂੰ ਪੁੱਛਾਂਗੇ ਕਿ ਪਿਛਲੇ ਇੱਕ ਮਹੀਨੇ 'ਚ ਤੁਸੀਂ ਕੀ ਕੀਤਾ। ਠੀਕ ਦੀਪ ਭਾਈ ਤੁਹਾਡੀ ਫਾਈਨਲ ਸਟੇਟਮੈਂਟ। ਹਾਂ ਮੈਂ ਇਹ ਤੁਸੀਂ ਕਿਹਾ ਕਿ 4 ਹਫ਼ਤੇ ਦੀ ਸਟੇਟਮੈਂਟ ਵੀ ਆਈ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਗੁਪਤਾ ਸਾਹਿਬ ਨੂੰ ਚੱਕ ਕੇ ਦਿੱਤੀ ਸੀ। 4 ਮਹੀਨਿਆਂ ਵਾਲੀ ਵੀ ਮਾਨ ਸਾਹਿਬ ਵੀ ਦੇ ਚੁੱਕੇ ਆ, ਮੁੱਖ ਮੰਤਰੀ ਸਾਹਿਬ ਔਰ ਕੇਜਰੀਵਾਲ ਵੀ ਦੇ ਚੁੱਕੇ ਆ। ਹੁਣ 1 ਸਾਲ ਦੀ ਵੀ ਸਟੇਟਮੈਂਟ ਆਈ ਹੈ। ਮੇਰਾ ਉਹੀ ਕਹਿਣਾ ਜੋ 4 ਹਫ਼ਤਿਆਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਸਟੇਟਮੈਂਟ ਦਿੱਤੀ ਸੀ ਜੋ ਉਹਨਾਂ ਨਾਲ ਹੋਇਆ ਰਾਜਨੀਤਿਕ ਤੌਰ ਤੇ ਉਹੀ 4 ਮਹੀਨੇ ਤੇ 1 ਸਾਲ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਹੈ ਉਹੀ ਹੋਊਗਾ। ਤੁਸੀਂ ਯਾਦ ਰੱਖਿਆ ਜੇ। ਬਾਕੀ ਜਿਹੜਾ ਆਪਾਂ ਇਨੀਸ਼ੀਅਲੀ ਕਿਹਾ ਸੀ ਕਿ 1 ਸਾਲ ਦਾ ਹੋਰ ਜਿਹੜਾ ਸਮਾਂ ਮੰਗ ਕੇ ਕਿੰਨੀਆਂ ਕੁ ਉਮੀਦਾਂ ਹੋਈਆਂ, ਕੋਈ ਆਸ ਬਣੀ ਹੈ? ਕੋਈ ਆਸ ਨਹੀਂ ਬਣੀ, ਬਲਕਿ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਆਸ ਟੁੱਟੀ ਹੈ।